ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਦੋਸਤੋ, ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਪੰਜਾਬ ਦੇ ਵਿੱਚ ਅੱਜ ਮੌਸਮ ਪੂਰੀ ਤਰ੍ਹਾਂ ਸਾਫ਼ ਰਿਹਾ। ਰਾਤ ਦੇ ਵੇਲੇ ਬੇਸ਼ੱਕ ਪਾਰਾ ਲੁੜਕਿਆ, ਪਰ ਦਿਨ ਦੇ ਵੇਲੇ ਜਿਸ ਤਰੀਕੇ ਨਾਲ 2-3 ਦਿਨ ਤੋਂ ਮੌਸਮ ਸਾਫ਼ ਆ, ਧੁੱਪ ਨਿਕਲਦੀ ਹੈ ਸੋਹਣੀ, ਤੇ ਬਿਲਕੁਲ ਇਸੇ ਤਰੀਕੇ ਨਾਲ ਹਰਿਆਣੇ ਦੇ ਵਿੱਚ, ਰਾਜਸਥਾਨ ਦੇ ਵਿੱਚ, ਦਿੱਲੀ ਦੇ ਵਿੱਚ ਤੇ ਆਲੇ ਦੁਆਲੇ ਦੇ ਹੋਰ ਸੂਬਿਆਂ ਦੇ ਵਿੱਚ ਵੀ ਮੌਸਮ ਹੈ। ਉਸ ਤੋਂ ਅਗਲੀ ਗੱਲ ਇਹ ਹੈ ਕਿ ਪੰਜਾਬ ਦੇ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਵੀ ਐਤਕੀ ਦਸੰਬਰ ਦੇ ਵਿੱਚ ਤੇ ਜਨਵਰੀ ਦੇ ਵਿੱਚ ਤੇ ਫਰਵਰੀ ਦੇ ਅੱਧ ਤੱਕ ਲਗਾਤਾਰ ਬਹੁਤ ਸੰਘਣੀ ਧੁੰਦ ਵੀ ਪੈਣੀ ਹੈ ਤੇ ਆਮ ਨਾਲੋਂ ਵੱਧ ਠੰਡ ਵੀ ਪੈਣੀ ਹੈ। ਇਸ ਕਰਕੇ ਕੋਰਾ ਪੈਣ ਦੀ ਸੰਭਾਵਨਾ ਜਿਹੜੀ ਉਹ ਤਾਂ ਪਹਿਲਾਂ ਵੀ ਸੀ ਤੇ ਕੋਰਾ ਪੈ ਵੀ ਰਿਹਾ, ਤੇ ਕੋਰਾ ਐਤਕੀ ਆਮ ਨਾਲੋਂ ਵੱਧ ਪੈਣਾ ਤੇ ਧੁੰਦ ਆਮ ਨਾਲੋਂ ਵੱਧ ਪੈਣੀ ਹੈ। ਇਹੋ ਜਿਹੀ ਉਹਨਾਂ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ। ਬਾਕੀ ਵਕਤ ਦੱਸੂ ਕਿ ਕੀ ਉਹਨਾਂ ਦੇ ਵੱਲੋਂ ਦੱਸੇ ਗਏ ਮੁਤਾਬਕ ਹੁੰਦਾ ਤੇ ਕੀ ਨਹੀਂ। ਪਰ ਹੁਣ ਜੇਕਰ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਉਹ ਇਸ ਵਕਤ ਦੇ ਸਭ ਤੋਂ ਵੱਡੇ ਕਿਸਾਨ ਸੰਘਰਸ਼ ਦੇ ਨਾਲ ਜੁੜੀ ਹੋਈ ਹੈ, ਕਿਸਾਨ ਅੰਦੋਲਨ ਦੇ ਨਾਲ ਜੁੜੀ ਹੋਈ ਹੈ। ਦਿੱਲੀ ਨੂੰ ਚਾਰੇ ਪਾਸਿਓਂ ਪੰਜਾਬ ਦੇ, ਹਰਿਆਣੇ ਦੇ, ਯੂਪੀ ਦੇ, ਉੱਤਰਾਖੰਡ ਦੇ, ਮੱਧ ਪ੍ਰਦੇਸ਼ ਦੇ ਕਿਸਾਨਾਂ ਨੇ ਘੇਰਿਆ ਹੋਇਆ। ਹਾਲਾਂਕਿ ਕੇਂਦਰ ਦੀ ਸਰਕਾਰ ਪਹਿਲਾਂ ਅੜੀਆਂ ਜਿਹੀਆਂ ਕਰਦੀ ਸੀ, ਪਰ ਹੁਣ ਕੇਂਦਰ ਦੀ ਸਰਕਾਰ ਲਿਫੜੀ ਸ਼ੁਰੂ ਹੋ ਚੁੱਕੀ ਹੈ। ਕੇਂਦਰ ਦੀ ਸਰਕਾਰ ਦੇ ਵੱਲੋਂ ਝੁਕਣਾ ਸ਼ੁਰੂ ਕਰ ਦਿੱਤਾ ਗਿਆ। ਅਮਿਤ ਸ਼ਾਹ ਹੋਰੀ, ਪ੍ਰਕਾਸ਼ ਜਾਵੜੇਕਰ ਹੋਰੀ, ਨਰਿੰਦਰ ਸਿੰਘ ਤੋਮਰ ਹੋਰੀ, ਮਨੋਹਰ ਲਾਲ ਖੱਟੜ ਹੋਰੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰ-ਵਾਰ ਬੇਸ਼ੱਕ ਇਹ ਗੱਲ ਕਹਿੰਦੇ ਰਹੇ ਆ ਕਿ ਕਿਸਾਨਾਂ ਨੂੰ ਗੁੰਮਰਾਹ ਕੀਤਾ ਗਿਆ ਹੈ, ਇਹ ਖੇਤੀ ਕਾਨੂੰਨ ਤਾਂ ਆਮਦਨ ਨੂੰ ਦੁੱਗਣਾ ਕਰਨ ਵਾਲੇ ਹਨ, ਪਰ ਕਿਸਾਨਾਂ ਦੇ ਤਰਕ ਦੇ ਮੂਹਰੇ ਕੋਈ ਵੀ ਨੇਤਾ ਟਿਕ ਨਹੀਂ ਰਿਹਾ। ਕਿਸਾਨਾਂ ਦੇ ਵੱਲੋਂ ਦਲੀਲਾਂ ਦੇ ਨਾਲ ਉਹ ਸ਼ਰਤ ਜਿਹੜੀ ਰੱਦ ਕਰ ਦਿੱਤੀ ਗਈ ਕਿ ਤੁਸੀਂ ਪਹਿਲਾਂ ਬੁਰਾੜੀ ਮੈਦਾਨ ਦੇ ਵਿੱਚ ਜਾਓ, ਅਸੀਂ ਫਿਰ ਤੁਹਾਡੀਆਂ ਅਗਲੇ ਦਿਨ ਹੀ ਸਾਰੀਆਂ ਮੰਗਾਂ ਸੁਣਨ ਨੂੰ ਤਿਆਰ ਆ, ਫਿਰ ਆਪਾਂ ਮਿਲ ਬੈਠ ਕੇ ਗੱਲਬਾਤ ਕਰਾਂਗੇ। ਕਿਸਾਨਾਂ ਨੇ ਇਹ ਗੱਲ ਕਹੀ ਸੀ, ਸ਼ਾਇਦ ਸਾਰੇ ਦਰਸ਼ਕਾਂ ਨੂੰ ਪਤਾ ਵੀ ਹੋਵੇ ਕਿ ਬੁਰਾੜੀ ਨੂੰ ਤੁਸੀਂ ਆਰਜ਼ੀ ਜੇਲ੍ਹ ਦੇ ਤੌਰ ਦੇ ਉੱਤੇ ਵਰਤਣਾ ਚਾਹੁੰਦੇ ਆ, ਸਾਨੂੰ ਉੱਥੇ ਤਾੜ ਕੇ ਬਾਅਦ ਦੇ ਵਿੱਚ ਬਾਹਰ ਨਹੀਂ ਨਿਕਲਣ ਦੇਣਾ, ਤੇ ਇਸ ਕਰਕੇ ਅਸੀਂ ਸੜਕਾਂ ਦੇ ਉੱਤੇ ਬੈਠੇ ਰਹਿਣਾ, ਅਸੀਂ ਹਾਈਵੇ ਇਵੇਂ ਹੀ ਜਾਮ ਰੱਖਣੇ ਆ, ਤੁਸੀਂ ਜੋ ਕਰਨਾ ਕਰ ਲਓ, ਅਸੀਂ ਤਾਂ ਇੱਥੇ ਮਰਨ ਆਏ ਆ। ਕਹਿਣ ਦਾ ਭਾਵ ਇਹ ਹੈ ਕਿ ਕਿਸਾਨਾਂ ਦੇ ਜਜ਼ਬੇ ਦੇ ਅੱਗੇ, ਕਿਸਾਨਾਂ ਦੀ ਦ੍ਰਿੜਤਾ ਦੇ ਅੱਗੇ ਕੇਂਦਰ ਦੀ ਸਰਕਾਰ ਦੀ ਇਸ ਵਕਤ ਗੋਡੀ ਲੱਗੀ ਹੋਈ ਹੈ। ਤੇ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰ ਉਹੀ ਗੱਲਾਂ ਕਰਕੇ ਗਏ ਆ। ਉਹਨਾਂ ਨੇ ਇੱਕ ਸਮਾਗਮ ਨੂੰ ਸੰਬੋਧਨ ਕੀਤਾ, 20 ਮਿੰਟ ਤੋਂ ਵੱਧ ਉਹ ਕਿਸਾਨੀ ਦੇ ਮੁੱਦੇ ਦੇ ਉੱਤੇ ਬੋਲੇ ਆ। ਉਹਨਾਂ ਨੇ ਇੱਕੋ ਗੱਲ ਵਾਰ-ਵਾਰ ਦੁਹਰਾਈ ਹੈ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਭਰਮ ਜਾਲ ਫੈਲਾਇਆ ਜਾ ਰਿਹਾ, ਅਸੀਂ ਤਾਂ ਪਿਛਲੇ ਲੰਮੇ ਸਮੇਂ ਤੋਂ ਜੋ ਕੁਝ ਕਾਲਾ ਬਾਜ਼ਾਰੀ ਹੁੰਦੀ ਸੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਉਹਨਾਂ ਨੂੰ ਇਹ ਗੱਲ ਕੌਣ ਸਮਝਾਵੇ ਕਿ ਤੁਸੀਂ ਪੰਜਾਬ ਦੇ ਵਿੱਚ ਤਾਂ ਇਸ ਗੱਲ ਦਾ ਇਲਜ਼ਾਮ ਲਾ ਰਹੇ ਆ ਕਿ ਕਾਂਗਰਸ ਦੀ ਸਰਕਾਰ ਆ ਤੇ ਇਹਨਾਂ ਨੇ ਕਿਸਾਨ ਭੜਕਾਤੇ, ਇਸ ਕਰਕੇ ਦਿੱਲੀ ਆ ਗਏ। ਪਰ ਮਨੋਹਰ ਲਾਲ ਖੱਟੜ ਦੀ ਸਰਕਾਰ ਤਾਂ ਭਾਜਪਾ ਦੀ ਹੈ, ਤੁਹਾਡੀ ਆਪਣੀ ਪਾਰਟੀ ਦੀ ਸਰਕਾਰ ਆ ਹਰਿਆਣੇ ਦੇ ਵਿੱਚ, ਤੇ ਹਰਿਆਣੇ ਦੀਆਂ 30 ਖਾਪ ਪੰਚਾਇਤਾਂ ਦੇ ਵੱਲੋਂ ਸਮਰਥਨ ਦਾ ਐਲਾਨ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਹਰਿਆਣੇ ਦੇ ਦਿੱਲੀ ਦੇ ਵਿੱਚ ਪਹੁੰਚੇ ਹੋਏ ਆ, ਫਿਰ ਉੱਥੇ ਕਿਹਨੇ ਭੜਕਾਏ ਹੋਏ? ਉੱਤਰ ਪ੍ਰਦੇਸ਼ ਦੇ ਵਿੱਚ ਯੋਗੀ ਆਦਿੱਤਿਆਨਾਥ ਦੀ ਸਰਕਾਰ ਹੈ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਉੱਥੋਂ ਵੀ ਦਿੱਲੀ ਪਹੁੰਚ ਗਏ ਘੇਰਾ ਪਾਉਣ ਦੇ ਲਈ, ਉੱਥੇ ਤਾਂ ਭਾਜਪਾ ਦੀ ਸਰਕਾਰ ਆ, ਉਹ ਕਿਹਨੇ ਭੜਕਾਏ ਹੋਏ? ਮਤਲਬ ਇਹ ਆ ਕਿ ਮਸਲੇ ਦੇ ਅਸਲ ਹੱਲ ਵੱਲ ਵੜਨ ਦੀ ਥਾਂ ਦੇ ਉੱਤੇ ਬੀਜੇਪੀ ਦੇ ਸੀਨੀਅਰ ਮੰਤਰੀਆਂ ਦੇ ਵੱਲੋਂ ਇੱਕੋ ਹੀ ਰੱਟ ਲਾਈ ਹੋਈ ਹੈ ਕਿ ਅਸੀਂ ਜੋ ਕੀਤਾ ਸਭ ਠੀਕ ਕੀਤਾ, ਕਿਸਾਨ ਗਲਤ ਦਿਸ਼ਾ ਦੇ ਵੱਲ ਜਾ ਰਹੇ ਆ, ਕਿਸਾਨਾਂ ਨੂੰ ਗੁੰਮਰਾਹ ਕਰ ਦਿੱਤਾ ਗਿਆ, ਅਸੀਂ ਤਾਂ ਕਿਸਾਨ ਹਿਤੈਸ਼ੀ ਆ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਵੀ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਕਿਰਤ ਦਾ ਸੁਨੇਹਾ ਦਿੱਤਾ। ਬਿਲਕੁਲ ਸਹੀ ਗੱਲ ਆ, ਸਾਡੇ ਵੱਲੋਂ ਵੀ ਵਧਾਈ ਹੈ ਸਮੁੱਚੀ ਲੋਕਾਈ ਨੂੰ, ਪਰ ਇਹ ਨਹੀਂ ਉਹ ਜਾਣਦੇ, ਯਾਨੀ ਕਿ ਮੋਦੀ ਸਾਹਿਬ, ਕਿ ਗੁਰੂ ਸਾਹਿਬ ਨੇ ਸਾਨੂੰ ਕਿਰਤ ਦਾ ਸੁਨੇਹਾ ਦਿੱਤਾ, ਉਹਨਾਂ ਨੇ ਖੁਦ ਖੇਤੀ ਕੀਤੀ, ਪਰ ਆਪਾਂ ਅੱਜ ਉਹੀ ਗੁਰੂ ਨਾਨਕ ਸਾਹਿਬ ਵਾਲਾ ਹਲ ਖੋਣ ਦੇ ਲਈ ਤਿਆਰ ਬਰ ਤਿਆਰ ਬੈਠੇ ਹਾਂ। ਆਪਾਂ ਉਸੇ ਹਲ ਦਾ ਮੁੰਨਾ ਜਿਹੜਾ, ਹਲ ਦਾ ਮੁੱਠਾ ਜਿਹੜਾ, ਉਹ ਆਪਣੇ ਹੱਥ ਦੇ ਵਿੱਚ ਖਿੱਚ ਕੇ ਕਰਨਾ ਚਾਹੁੰਦੇ ਆ। ਇਸ ਗੱਲ ਦੇ ਉੱਤੇ ਇਤਰਾਜ਼ ਆ। ਨਾਲੇ ਗੁਰੂ ਸਾਹਿਬ ਨੇ ਸਭਨਾਂ ਨੂੰ ਇੱਕ ਸਮਾਨ ਦੇਖਣ ਦੀ ਗੱਲ ਕਹੀ, ਉਹਨਾਂ ਨੇ ਜਾਤ ਪਾਤ ਨੂੰ ਖਤਮ ਕਰਨ ਦੀ ਗੱਲ ਕਹੀ, ਤੇ ਭਾਰਤ ਦੇ ਵਿੱਚ ਬੀਜੇਪੀ ਜਾਂ ਕਿਹੜੀ ਰਾਜਨੀਤਿਕ ਪਾਰਟੀ ਹੈ ਜਿਹੜੀ ਇਸ ਵਕਤ ਜਾਤ ਪਾਤ ਆਧਾਰਿਤ ਰਾਜਨੀਤੀ ਨਹੀਂ ਕਰਦੀ? ਧਰਮ ਦੀਆਂ ਵਲਗਣਾਂ ਤੋਂ ਕਿਹੜੀ ਪਾਰਟੀ ਉੱਠ ਕੇ ਉੱਚਾ ਸੋਚਦੀ ਹੈ? ਸੋ ਅਸੀਂ ਇਸ ਦਿਨ ਦੇ ਮੌਕੇ, ਇਸ ਪ੍ਰਕਾਸ਼ ਪੁਰਬ ਦੇ ਮੌਕੇ ਅਹਿਦ ਵੀ ਕਰੀਏ ਕਿ ਅਸੀਂ ਸਾਰਾ ਕੁਝ ਠੀਕ ਕਰਾਂਗੇ, ਗੁਰੂ ਸਾਹਿਬਾਨ ਦੇ ਵੱਲੋਂ ਦਰਸਾਏ ਗਏ ਮਾਰਗ ਦੇ ਉੱਤੇ ਵੀ ਚੱਲਾਂਗੇ। ਕੱਲੀ ਗੱਲ ਕਹਿ ਦੇਣੀ ਤੇ ਫਿਰ ਅਗਲੇ ਸਮਾਗਮ ਦੇ ਵਿੱਚ ਸ਼ਾਮਲ ਹੋ ਜਾਣਾ, ਇਹ ਕਿਸੇ ਪਾਸਿਓਂ ਵਾਜਬ ਗੱਲ ਨਹੀਂ ਹੈ। ਪਰ ਜਿਸ ਤਰੀਕੇ ਦੀਆਂ ਖਬਰਾਂ ਪ੍ਰਾਪਤ ਹੋਈਆਂ ਉਹ ਅੱਜ ਸੱਚੀ ਮੁੱਚੀ ਹੈਰਾਨ ਵੀ ਕਰਦੀਆਂ ਸੀ ਤੇ ਮਨ ਨੂੰ ਤਸੱਲੀ ਵੀ ਦੇਣ ਵਾਲੀਆਂ ਕਿ ਪੰਜਾਬ ਦੇ ਤੇ ਬਾਕੀ ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਨੇ ਜਿਵੇਂ ਇੱਟ ਨਾਲ ਇੱਟ ਖੜਕਾ ਦਿੱਤੀ ਆ ਕੇਂਦਰ ਸਰਕਾਰ ਦੀ, ਉਹਨਾਂ ਦੇ ਸਾਹ ਸੁੱਕੇ ਪਏ ਆ।
ਉਹਨਾਂ ਨੂੰ ਤਰੇਲੀਆਂ ਆਈਆਂ ਪਈਆਂ। ਉਹਨਾਂ ਨੂੰ ਇਸ ਵਕਤ ਮੁੜਕਾ ਨੁੱਚੜਦਾ, ਕਿਉਂਕਿ ਉਹਨਾਂ ਨੂੰ ਆਸ ਨਹੀਂ ਸੀ ਇਸ ਗੱਲ ਦੀ ਕਿ ਦਿੱਲੀ ਨੂੰ ਇਦਾਂ ਵੀ ਘੇਰਾ ਪੈ ਸਕਦਾ। ਇਸ ਵਕਤ ਲੋਕਾਂ ਨੇ ਜਿਵੇਂ ਲੰਗਰ ਲਾਏ ਆ, ਇਸ ਵਕਤ ਜਿਵੇਂ ਉੱਥੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਚੱਲਦੇ ਆ, ਜਿਵੇਂ ਉੱਥੇ ਜੋਸ਼ੀਲੀਆਂ ਵਾਰਾਂ ਚੱਲਦੀਆਂ, ਜਿਵੇਂ ਹਰਿਆਣੇ ਦੇ ਲੋਕ ਵੀ ਇਸ ਵਕਤ ਇਦਾਂ ਬਾਹਾਂ ਖਿਲਾਰ ਕੇ ਗਲਵੱਕੜੀਆਂ ਪਾ ਕੇ ਪੰਜਾਬੀ ਕਿਸਾਨਾਂ ਨੂੰ ਮਿਲਦੇ ਆ, ਉਹਨਾਂ ਨੂੰ ਸੱਚੀ ਮੁੱਚੀ ਸਲਾਮ ਕਰਨੀ ਬਣਦੀ ਆ। ਇਸ ਅੰਦੋਲਨ ਦੇ ਨਾਲ ਸਾਡੀ ਏਕਤਾ ਦਾ ਪ੍ਰਗਟਾਵਾ ਜਿਸ ਕਦਰ ਹੋਇਆ, ਆਉਂਦੇ ਸਮੇਂ ਦੇ ਵਿੱਚ ਕੇਂਦਰ ਦੀ ਸਰਕਾਰ ਕੋਈ ਵੀ ਨਵਾਂ ਕਾਨੂੰਨ ਬਣਾਉਣ ਤੋਂ ਪਹਿਲਾਂ, ਲੋਕਾਂ ਦੇ ਉੱਤੇ ਥੋਪਣ ਤੋਂ ਪਹਿਲਾਂ, ਜ਼ਬਰਦਸਤੀ ਕਰਨ ਤੋਂ ਪਹਿਲਾਂ ਲੱਖ ਵਾਰ ਸੋਚਿਆ ਕਰੂਗੀ। ਪਹਿਲਾਂ ਉਹ ਦੋ ਮਹੱਤਵਪੂਰਨ ਖਬਰਾਂ ਦਾ ਵੇਰਵਾ ਸਾਂਝਾ ਕਰਦੇ ਆ, ਜਿਹਦੇ ਵਿੱਚੋਂ ਇੱਕ ਖਬਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਆ ਕਿ ਜੋ ਕੁਝ ਕੀਤਾ ਅਸੀਂ ਸਹੀ ਕੀਤਾ, ਇਹ ਤਾਂ ਪੁਚਲਾਵੇ 'ਚ ਲੈ ਲਏ ਕਿਸਾਨ। ਤੇ ਦੂਜੀ ਖਬਰ ਹੈਗੀ ਆ ਕਿਸਾਨ ਆਗੂਆਂ ਨਾਲ ਸੰਬੰਧਿਤ, ਜਿਨ੍ਹਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਜੇਕਰ ਸ਼ਰਤਾਂ ਕਰੋਗੇ ਤਾਂ ਫਿਰ ਇੱਟ ਨਾਲ ਇੱਟ ਹੁਣ ਨਾਲੋਂ ਵੀ ਵੱਧ ਖਤਰਨਾਕ ਖੜਕਾਵਾਂਗੇ। ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਾਰਾਣਸੀ ਦੇ ਵਿੱਚ ਪਹੁੰਚੇ। ਇਸ ਮੌਕੇ ਦੇ ਉੱਤੇ ਉਹਨਾਂ ਨੇ 40 ਮਿੰਟ ਦਾ ਭਾਸ਼ਣ ਦਿੱਤਾ ਤੇ ਇਸ ਭਾਸ਼ਣ ਦੇ ਵਿੱਚ ਉਹਨਾਂ ਨੇ 26 ਮਿੰਟ ਕਿਸਾਨਾਂ ਦੀ ਗੱਲ ਕਹੀ ਹੈ। ਮੋਦੀ ਨੇ ਇਹ ਗੱਲ ਕਹੀ ਕਿ ਕਾਸ਼ੀ ਦੀ ਪਵਿੱਤਰ ਧਰਤੀ ਤੋਂ ਮੈਂ ਕਹਿਣਾ ਚਾਹੁੰਦਾ ਕਿ ਹੁਣ ਕਿਸੇ ਦੇ ਨਾਲ ਛਲ ਨਹੀਂ, ਯਾਨੀ ਕਿ ਹੇਰਾਫੇਰੀ ਨਹੀਂ, ਗੰਗਾ ਜਲ ਵਰਗੀ ਨੀਅਤ ਦੇ ਨਾਲ ਕੰਮ ਕੀਤਾ ਜਾ ਰਿਹਾ। ਭਰਮ ਫੈਲਾਉਣ ਵਾਲਿਆਂ ਦੀ ਸੱਚਾਈ ਦੇਸ਼ ਦੇ ਸਾਹਮਣੇ ਆ ਰਹੀ ਹੈ। ਅੱਜ ਜਿਹੜੇ ਕਿਸਾਨਾਂ ਨੂੰ ਖੇਤੀ ਸੁਧਾਰਾਂ ਦੇ ਉੱਤੇ ਸ਼ੱਕ ਹੈ, ਉਹ ਵੀ ਭਵਿੱਖ ਦੇ ਵਿੱਚ ਇਸ ਦਾ ਲਾਭ ਲੈਣਗੇ। ਜੇ ਕੋਈ ਪੁਰਾਣੇ ਸਿਸਟਮ ਦੇ ਨਾਲ ਹੀ ਲੈਣ ਦੇਣ ਨੂੰ ਠੀਕ ਸਮਝਦਾ ਤਾਂ ਉਹਦੇ ਉੱਤੇ ਕੋਈ ਰੋਕ ਟੋਕ ਨਹੀਂ ਹੋਵੇਗੀ। ਨਵਾਂ ਕਾਨੂੰਨ ਕਿਸਾਨਾਂ ਵਾਸਤੇ ਫਾਇਦੇਮੰਦ ਹੈ। ਇਹਦੇ ਵਿੱਚ ਕਿਸਾਨਾਂ ਨੂੰ ਹੋਰ ਆਜ਼ਾਦੀ ਦਿੱਤੀ ਗਈ ਹੈ। ਸਰਕਾਰ ਕਾਨੂੰਨ ਬਣਾਉਂਦੀ ਹੈ ਤਾਂ ਉਸ ਦੇ ਸਮਰਥਨ ਤੇ ਵਿਰੋਧ ਦੇ ਵਿੱਚ ਦੋਨੋਂ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਉਂਦੀਆਂ। ਪਹਿਲਾਂ ਸਰਕਾਰ ਦਾ ਫੈਸਲਾ ਕਿਸੇ ਨੂੰ ਪਸੰਦ ਨਹੀਂ ਆਉਂਦਾ ਸੀ, ਵਿਰੋਧ ਹੁੰਦਾ ਸੀ। ਹੁਣ ਪ੍ਰਚਾਰ ਦੇ ਨਾਂ ਦੇ ਉੱਤੇ ਭਰਮ ਫੈਲਾਇਆ ਜਾ ਰਿਹਾ। 24 ਘੰਟੇ 7 ਦਿਨ ਵਿਰੋਧੀ ਇਹੀ ਕੰਮ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਦਹਾਕਿਆਂ ਤੱਕ ਕਿਸਾਨਾਂ ਨਾਲ ਛਲ ਕੀਤਾ। ਪਹਿਲਾਂ MSP ਦੇ ਨਾਂ ਦੇ ਉੱਤੇ ਛਲ ਕਪਟ ਕੀਤਾ ਗਿਆ। ਛੋਟੇ ਤੇ ਦਰਮਿਆਨੇ ਕਿਸਾਨਾਂ ਤੱਕ ਫਾਇਦਾ ਨਹੀਂ ਸੀ ਪਹੁੰਚਦਾ। ਕਰਜ਼ਾ ਮਾਫੀ ਦੇ ਨਾਂ ਦੇ ਉੱਤੇ ਛਲ ਕੀਤਾ ਗਿਆ। ਕਿਸਾਨਾਂ ਦੇ ਨਾਂ ਦੇ ਉੱਤੇ ਵੱਡੀਆਂ ਯੋਜਨਾਵਾਂ ਬਣਦੀਆਂ ਸਨ, ਪਰ ਉਹ ਮੰਨਦੇ ਸਨ ਕਿ ਕਿਸਾਨਾਂ ਤੱਕ 15 ਪੈਸੇ ਪਹੁੰਚਦੇ ਨੇ। ਬਹੁਤ ਸਬਸਿਡੀਆਂ ਦਿੱਤੀਆਂ ਜਾਂਦੀਆਂ ਸੀ, ਪਰ ਇਹਦੇ ਵਿੱਚ ਵੀ ਛਲ ਕਪਟ ਹੁੰਦਾ ਸੀ। ਜਦੋਂ ਛਲ ਦਾ ਇਤਿਹਾਸ ਰਿਹਾ ਹੋਵੇ ਤਾਂ ਦੋ ਗੱਲਾਂ ਸੁਭਾਵਿਕ ਤੌਰ ਤੇ ਨੇ। ਪਹਿਲਾ ਹੀ ਕਿਸਾਨ ਸਰਕਾਰਾਂ ਦੀਆਂ ਗੱਲਾਂ ਨੂੰ ਸ਼ੱਕੀ ਮੰਨਦਾ ਹੈ ਤੇ ਇਹਦੇ ਪਿੱਛੇ ਵੀ ਛਲ ਦਾ ਇੱਕ ਇਤਿਹਾਸ ਹੈ। ਦੂਜਾ ਇਹ ਕਿ ਵਾਅਦੇ ਤੋੜੇ ਜਿਨ੍ਹਾਂ ਨੇ, ਉਹਨਾਂ ਦੇ ਲਈ ਝੂਠ ਫੈਲਾਉਣਾ ਆਮ ਜੀ ਗੱਲ ਹੈ। ਟਰੈਕ ਰਿਕਾਰਡ ਦੇਖੋ ਤਾਂ ਸੱਚ ਸਾਹਮਣੇ ਆ ਜਾਂਦਾ ਹੈ। ਅਸੀਂ ਕਿਹਾ ਸੀ ਕਿ ਯੂਰੀਆ ਦੀ ਕਮੀ ਨਹੀਂ ਹੋਣ ਦੇਵਾਂਗੇ ਤੇ ਅਸੀਂ ਉਹ ਹੋਣ ਵੀ ਨਹੀਂ ਦਿੱਤੀ। ਇਸ ਤੋਂ ਇਲਾਵਾ ਜੇਕਰ ਗੱਲ ਕਰਦੇ ਹਾਂ ਕਿਸਾਨ ਭਾਈਚਾਰੇ ਦੀ, ਤਾਂ ਕਿਸਾਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਜੇਕਰ ਬਾਸ਼ਰਤ ਗੱਲ ਕਰਨੀ ਚਾਹੁੰਦੇ ਨੇ ਕੇਂਦਰ ਦੇ ਮੰਤਰੀ, ਤਾਂ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਕਰਨੀ ਚਾਹੁੰਦੇ। ਪਰ ਜੇਕਰ ਉਹਨਾਂ ਦੇ ਵੱਲੋਂ ਬਿਨਾਂ ਕਿਸੇ ਸ਼ਰਤ ਦੇ ਸਾਡੇ ਨਾਲ ਕਿਸੇ ਵੀ ਮਸਲੇ ਦੇ ਉੱਤੇ ਵਿਚਾਰ ਵਟਾਂਦਰਾ ਕਰਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਤਿਆਰ ਹਾਂ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕਈਆਂ ਇਹ ਗੱਲਾਂ ਜਿਹੜੀਆਂ ਮੈਂ ਪੜ੍ਹ ਕੇ ਸੁਣਾਈਆਂ, ਇਹਨਾਂ ਦੇ ਵਿੱਚੋਂ ਜੇਕਰ ਕੋਈ ਇੱਕ ਵੀ ਨਵੀਂ ਹੈ ਜਿਹੜੀ ਕਿ ਦਿਲ ਨੂੰ ਟੁੰਬੀ ਹੋਵੇ ਤਾਂ ਕੋਈ ਵੀ ਦਰਸ਼ਕ ਇੱਥੇ ਕਮੈਂਟ ਬਾਕਸ ਦੇ ਵਿੱਚ ਦੱਸ ਸਕਦਾ ਹੈ ਕਿ ਆਹ ਗੱਲ ਭਾਈ ਅੱਜ ਮੈਨੂੰ ਨਵੀਂ ਲੱਗੀ ਹੈ। ਪਰ ਇਹ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਜੋ ਇਸ ਵਕਤ ਫੈਸਲਾ ਕੀਤਾ ਗਿਆ ਬਿਲਕੁਲ ਦਰੁਸਤ ਹੈ। ਕਿਸਾਨ ਇਹ ਜਾਣਦੇ ਆ ਕਿ ਜੇਕਰ ਅਸੀਂ ਬੁਰਾੜੀ ਮੈਦਾਨ ਦੇ ਵਿੱਚ ਬਹਿ ਗਏ ਤਾਂ ਸਾਨੂੰ ਸ਼ਾਹੀਨ ਬਾਗ ਦੇ ਅੰਦੋਲਨਕਾਰੀਆਂ ਦੇ ਵਾਂਗੂ ਨੁਕਰੇ ਲਾ ਕੇ ਰੱਖ ਦੇਣਾ। ਜਿਵੇਂ ਸ਼ਾਹੀਨ ਬਾਗ ਦੇ ਵਿੱਚ ਬੈਠੇ ਸੀ ਅੰਦੋਲਨਕਾਰੀ, ਉਹਨਾਂ ਦੀ ਬਾਤ ਨਹੀਂ ਪੁੱਛੀ ਕਈ ਮਹੀਨਿਆਂ ਤੱਕ, ਪਰ ਉਹ ਜਦੋਂ ਵਿਚਾਰਿਆਂ ਦਾ ਅੰਦੋਲਨ ਬਦਨਾਮ ਕਰਤਾ ਤਾਂ ਉਹਦਾ ਸਿੱਟਾ ਵੀ ਕੋਈ ਨਹੀਂ ਨਿਕਲਿਆ। ਪਰ ਕਿਸਾਨ ਜਾਗਰੂਕ ਆ। ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਆ ਕਿ ਜਿਹੜੇ ਪੜ੍ਹੇ ਲਿਖੇ ਕਿਸਾਨ ਨੇ ਉਹਨਾਂ ਨੂੰ ਅਨਪੜ੍ਹਾਂ ਨੂੰ ਸਮਝਾਉਣਾ ਚਾਹੀਦਾ। ਮੋਦੀ ਸਾਹਿਬ ਦੀ ਜਾਣਕਾਰੀ 'ਚ ਵਾਧਾ ਕਰਨਾ ਬਣਦਾ ਹੈ ਕਿ ਇਸ ਵਕਤ ਪੰਜਾਬ ਦੇ ਤੇ ਹਰਿਆਣੇ ਦੇ PhD ਪਾਸ ਕਿਸਾਨ ਵੀ ਉੱਥੇ ਗਏ ਹੋਏ ਆ। MPhil ਕੀਤੀ ਵਾਲੇ ਵੀ ਗਏ ਆ, LLB ਕੀਤੀ ਵਾਲੇ ਵੀ ਗਏ ਆ, ਉੱਥੇ MA ਵਾਲੇ ਵੀ ਗਏ ਆ, ਉੱਥੇ B.Ed ਵਾਲੇ ਵੀ ਗਏ ਆ। ਉੱਥੇ ਸਾਰੇ ਵਰਗਾਂ ਦੇ ਤੇ ਸਾਰੀ ਤਰ੍ਹਾਂ ਦੀ ਪੜ੍ਹਾਈ ਕਰਨ ਵਾਲੇ ਕਿਸਾਨ ਗਏ ਆ। ਇਸ ਅੰਦੋਲਨ ਨੂੰ ਅਨਪੜ੍ਹਾਂ ਦਾ ਅੰਦੋਲਨ ਨਹੀਂ ਕਹਿਣਾ ਚਾਹੀਦਾ। ਗੱਲ ਇਹ ਹੈ ਕਿ ਤੁਸੀਂ ਕਦੇ ਕਿਸੇ ਦੀ ਮੰਨੀ ਨਹੀਂ ਤੇ ਹੁਣ ਮੰਨਣ ਦਾ ਵੇਲਾ ਆ ਗਿਆ ਤੇ ਦਿੱਲੀ ਦੀ ਇੱਟ ਦੇ ਨਾਲ ਇੱਟ ਪੰਜਾਬੀਆਂ ਨੇ ਖੜਕਾ ਦਿੱਤੀ ਹੈ। ਇਸ ਕਰਕੇ ਚਾਰੇ ਪਾਸੇ ਇਹੀ ਖਬਰਾਂ ਆਈਆਂ ਕਿ ਨਾਸੀ ਧੂੰਆਂ ਕੇਂਦਰ ਦੀ ਸਰਕਾਰ ਦੇ ਆਇਆ ਪਿਆ। ਸੇਵਾ ਦਾ ਸੰਕਲਪ ਕਿਹੋ ਜਿਹਾ ਹੁੰਦਾ, ਇਹ ਜਿਹੜੇ ਵੀ ਕਿਸਾਨ ਇਸ ਵਕਤ ਦਿੱਲੀ ਦੇ ਵਿੱਚ ਗਏ ਆ ਉਹਨਾਂ ਦਾ ਤਜਰਬਾ, ਜਾਂ ਜਦੋਂ ਸਾਨੂੰ ਹਰ ਰੋਜ਼ ਕਈ ਤਰ੍ਹਾਂ ਦੀਆਂ ਖਬਰਾਂ ਮਿਲਦੀਆਂ ਉੱਥੋਂ ਪਤਾ ਲੱਗਦਾ। ਜਿਹੜੇ ਅੜਕੇ ਲਾਏ ਸੀਗੇ ਕੇਂਦਰ ਦੀ ਸਰਕਾਰ ਨੇ, ਖਾਸ ਕਰਕੇ ਮਨੋਹਰ ਲਾਲ ਖੱਟੜ ਦੀ ਸਰਕਾਰ ਨੇ, ਰਾਹ ਦੇ ਵਿੱਚ ਪੱਥਰ ਲਾ ਕੇ ਕਿਸਾਨਾਂ ਨੇ ਉਹਨਾਂ ਪੱਥਰਾਂ ਨੂੰ ਲੰਮੇ ਪਾ ਕੇ ਤਵੀ ਰੱਖ ਕੇ ਉਹਨਾਂ ਦੇ ਉੱਤੇ ਚੁਰਾਂ ਬਣਾ ਲਈਆਂ ਉਹਨਾਂ ਦੀਆਂ, ਤੇ ਉਹਨਾਂ ਨੇ ਰੋਟੀ ਪਾਣੀ ਉਹਨਾਂ ਦੇ ਉੱਤੇ ਬਣਾਉਣਾ ਸ਼ੁਰੂ ਕਰਤਾ। ਕਿਸਾਨ ਆ ਜਿਹੜੇ ਉਹ ਦਿੱਲੀ ਦੇ ਵਿੱਚ ਇਸ ਕਦਰ ਪਹੁੰਚੇ ਆ ਵੀ ਉਹਨਾਂ ਦੇ ਵੱਲੋਂ ਲੀੜੇ ਆ ਜਿਹੜੇ ਉੱਥੇ ਸੜਕਾਂ ਦੇ ਉੱਤੇ, ਹਾਈਵੇ ਦੇ ਉੱਤੇ ਸੁੱਕਣੇ ਪਾਏ ਹੋਏ ਆ ਤਾਰਾਂ ਬੰਨ੍ਹ ਕੇ। ਕਹਿਣ ਦਾ ਭਾਵ ਇਹ ਆ ਕਿ ਹੁਣ ਹੋਰ
ਵੀ ਵੱਡੀ ਖਬਰ ਆਈ ਹੈ ਕਿ 20,000 ਦੇ ਕਰੀਬ ਨਿਹੰਗ ਸਿੰਘ ਆ ਜਿਹੜੇ ਉਹ ਵੀ ਦਿੱਲੀ ਦੇ ਵੱਲ ਕੂਚ ਕਰ ਚੁੱਕੇ ਆ। ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘੋੜਿਆਂ ਦੇ ਉੱਤੇ ਜਾ ਰਹੇ ਆ। ਕਹਿਣ ਦਾ ਭਾਵ ਇਹ ਪੰਜਾਬ ਦਾ ਬੱਚਾ ਪੰਜਾਬ ਦੀਆਂ ਔਰਤਾਂ, ਪੰਜਾਬ ਦੇ ਬਜ਼ੁਰਗ, ਪੰਜਾਬ ਦੇ ਜਵਾਨ, ਪੰਜਾਬ ਦੇ ਨਿਹੰਗ ਸਿੰਘ, ਪੰਜਾਬ ਦਾ ਪੜ੍ਹਿਆ ਲਿਖਿਆ ਵਰਗ ਸਾਰੇ ਦਾ ਸਾਰਾ ਦਿੱਲੀ ਦੇ ਵਿੱਚ ਪਹੁੰਚ ਰਿਹਾ ਤੇ ਪਹੁੰਚ ਵੀ ਚੁੱਕਿਆ। ਇਸੇ ਕਰਕੇ ਦਿੱਲੀ ਸਰਕਾਰ ਨੂੰ ਸਮਝ ਨਹੀਂ ਆ ਰਹੀ, ਖਾਸ ਕਰਕੇ ਕੇਂਦਰ ਦੀ ਸਰਕਾਰ ਨੂੰ। ਦਿੱਲੀ ਦੀ ਸਰਕਾਰ ਭਾਵੇਂ ਮਦਦ ਕਰਦੀ ਹੈ, ਪਰ ਹੁਣ ਕੇਂਦਰ ਵਾਲੇ ਇਹ ਵੀ ਗੱਲ ਕਹਿੰਦੇ ਆ ਕਿ ਦਿੱਲੀ ਵਾਲੀ ਸਰਕਾਰ ਵੀ ਰਾਜਨੀਤੀ ਕਰ ਰਹੀ ਹੈ। ਪਰ ਅੱਜ ਪਤਾ ਲੱਗਾ ਜੀ ਕਿ ਪੁਲਿਸ ਨੂੰ ਦਿੱਲੀ ਦੇ ਵਿੱਚ ਭਾਜਣਾ ਪੈ ਗਈਆਂ, ਕਿਉਂਕਿ ਕਿਸਾਨਾਂ ਦਾ ਇੱਕ ਹਿੱਸਾ ਜਿਹੜਾ ਉਹ ਇੰਡੀਆ ਗੇਟ ਦੇ ਕੋਲੇ ਪਹੁੰਚ ਗਿਆ। ਜਦੋਂ ਇੰਡੀਆ ਗੇਟ ਦੇ ਕੋਲੇ ਪਹੁੰਚੇ ਤਾਂ ਉਹਨਾਂ ਨੂੰ ਡਰ ਸਤਾਉਣ ਲੱਗ ਪਿਆ ਵੀ ਇਹ ਨਾ ਹੋਵੇ ਕਿਤੇ ਇੱਥੇ ਧਰਨਾ ਲਾ ਕੇ ਬਹਿ ਜਾਣ, ਇੱਥੇ ਕਬਜ਼ਾ ਕਰਕੇ ਬਹਿ ਜਾਣ। ਉਸ ਤੋਂ ਬਾਅਦ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਤੌਬਾ ਵੀ ਕੀਤੀ ਗਈ ਹੈ ਕਿ ਅਸੀਂ ਇਸ ਤੋਂ ਵੱਧ ਚੌਕਸੀ ਕਰ ਦੇਣੀ ਆ। ਹੁਣ ਡਰ ਇਸ ਗੱਲ ਦਾ ਸਤਾ ਰਿਹਾ ਦਿੱਲੀ ਦੀ ਪੁਲਿਸ ਨੂੰ ਵੀ ਕਿਤੇ ਇਹ ਨਾ ਹੋਵੇ ਟੁਕੜੀਆਂ ਦੇ ਵਿੱਚ ਵੀ 20 ਕਿਸਾਨ ਇੱਧਰ ਦੀ, 50 ਕਿਸਾਨ ਇੱਧਰ ਦੀ, 100 ਕਿਸਾਨ ਇੱਧਰ ਦੀ, ਤੇ ਕਿਤੇ ਸੰਸਦ ਭਵਨ ਦੇ ਕੋਲੇ ਨਾ ਪਹੁੰਚ ਜਾਣ, ਕਿਤੇ ਕਿਸਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੰਗਲੇ ਕੋਲੇ ਨਾ ਪਹੁੰਚ ਜਾਣ, ਕਿਤੇ ਇਹ ਇੰਡੀਆ ਗੇਟ ਦੇ ਕੋਲੇ ਦੁਬਾਰਾ ਨਾ ਪਹੁੰਚ ਜਾਣ। ਇਸ ਕਰਕੇ ਹੋਰ ਵੀ ਚੌਕਸੀ ਹੈ ਜਿਹੜੀ ਉਹ ਵਧਾ ਦਿੱਤੀ ਗਈ ਹੈ। ਪਰ ਕਹਿਣ ਦਾ ਭਾਵ ਇਹ ਹੈ ਕਿ ਡਰ ਹੁਣ ਅੰਦਰੋਂ ਇਸ ਕਦਰ ਲੱਗ ਰਿਹਾ। ਪਰ ਸੇਵਾ ਦੀ ਮੈਂ ਗੱਲ ਕਰ ਰਿਹਾ ਸੀ, ਸੇਵਾ ਦੀਆਂ ਨਵੀਆਂ ਮਿਸਾਲਾਂ ਪੈਦਾ ਹੋ ਰਹੀਆਂ। ਮੇਰੇ ਇੱਕ ਦੋਸਤ ਨੇ ਜਾਣਕਾਰੀ ਦਿੱਤੀ, ਉਹ ਕਹਿੰਦਾ ਜੀ ਅਸੀਂ 3 ਟਰੈਕਟਰਾਂ ਦੇ ਉੱਤੇ ਗਏ ਹੋਏ ਹਾਂ। ਅਸੀਂ ਤਿੰਨੇ ਜਣੇ ਟਰੈਕਟਰਾਂ ਵਾਲੇ ਜਿਹੜੇ ਉਹ ਇੱਕ ਪੈਟਰੋਲ ਪੰਪ ਦੇ ਉੱਤੇ ਤੇਲ ਪਵਾਉਣ ਗਏ। ਜਿਹੜਾ ਮੁੰਡਾ ਉੱਥੇ ਨੌਕਰੀ ਕਰਦਾ, ਤੇਲ ਪਾਉਣ ਦਾ ਕੰਮ ਕਰਦਾ, ਉਹਨੇ ਉੱਥੇ ਜੀ 2 ਟਰੈਕਟਰਾਂ ਦੇ ਵਿੱਚ ਤੇਲ ਪਾਉਣ ਦੇ ਪੈਸੇ ਲੈ ਲਏ, ਇੱਕ ਦੇ ਪੈਸੇ ਨਹੀਂ ਲਏ। ਕਹਿੰਦਾ ਜੀ ਮੈਂ ਆਪਣੇ ਕੋਲੋਂ ਦੇਊਂਗਾ, ਮੇਰਾ ਦਸਵੰਧ ਸਮਝੋ, ਤੁਸੀਂ ਬਹੁਤ ਮਹਾਨ ਕੰਮ ਨੂੰ ਆਏ ਆ। ਉੱਥੇ ਬਹੁਤ ਸਾਰੇ ਇਹੋ ਜਿਹੇ ਢਾਬੇ ਆ ਜਿਨ੍ਹਾਂ ਨੇ ਲੋਕਾਂ ਦੇ ਕੋਲੋਂ ਪੈਸੇ ਲੈਣੇ ਬੰਦ ਕਰਤੇ ਆ। ਕਈ ਲੋਕਾਂ ਦੇ ਜਿਹੜੇ ਹੋਟਲ ਆ, ਕਿਸੇ ਦਾ ਟਿਕਰੀ ਬਾਰਡਰ ਦੇ ਉੱਤੇ ਆ, ਕਿਸੇ ਦਾ ਸਿੰਘੂ ਬਾਰਡਰ ਦੇ ਉੱਤੇ ਆ, ਉਹਨਾਂ ਨੇ ਉੱਥੇ ਹੋਟਲਾਂ ਦੇ ਦਰਵਾਜ਼ੇ ਖੋਲ੍ਹਤੇ ਆ। ਉੱਥੇ ਧੀਆਂ ਭੈਣਾਂ, ਮਾਈਆਂ, ਬੀਬੀਆਂ ਜਿਹੜੀਆਂ ਉਹ ਰਹਿ ਸਕਦੀਆਂ, ਆਪਣਾ ਨਹਾਉਣ ਧੋਣ ਦਾ ਕੰਮ ਕਰ ਸਕਦੀਆਂ। ਇਹ ਸੇਵਾ ਦੀਆਂ ਮਿਸਾਲਾਂ। ਪਰ ਇੱਕ ਹੋਰ ਨਵੀਂ ਮਿਸਾਲ ਆਈ ਆ, ਇਹ ਜਜ਼ਬੇ ਦੀ ਗੱਲ ਆ। ਹੋ ਸਕਦਾ ਕੋਈ ਅਰਬਪਤੀ ਬੰਦਾ ਵੀ ਹੋਵੇ, ਪਰ ਉਹਦਾ ਦਿਲ ਨਾ ਹੋਵੇ ਕਿ ਮੈਂ ਕਿਸੇ ਲਈ ਪੰਜੀ ਵੀ ਖਰਚਾਂ। ਪਰ ਇਸ ਵਕਤ ਲੋੜ ਆ ਖਰਚਣ ਦੀ ਵੀ, ਇਸ ਵਕਤ ਲੋੜ ਆ ਪੰਜਾਬੀਅਤ ਦੀ ਸੇਵਾ ਕਰਨ ਦੀ ਵੀ। ਜਿਹੜੇ ਉੱਥੇ ਲੋਕ ਬੈਠੇ ਆ ਸੜਕਾਂ ਦੇ ਉੱਤੇ, ਉਹਨਾਂ ਦੀ ਮਦਦ ਕਰਨ ਦੇ ਲਈ ਪਹਿਲ ਪਲੱਕੜਾ ਫਰਜ਼ ਹੋਣਾ ਚਾਹੀਦਾ। ਫਰੀਦਕੋਟ ਦੇ ਵਿੱਚ ਪਿੰਡ ਆ ਔਲਖ। ਇਸ ਪਿੰਡ ਦਾ ਇੱਕ ਨੌਜਵਾਨ ਆ ਪ੍ਰਿਤਪਾਲ ਸਿੰਘ, ਉਹਦੇ ਕੋਲੇ 4 ਏਕੜ ਜ਼ਮੀਨ ਆ, ਉਹ ਵੀ ਇਸ ਵਕਤ ਦਿੱਲੀ ਦੇ ਵਿੱਚ ਆ। ਉਹਨੇ ਇਸ ਗੱਲ ਦਾ ਐਲਾਨ ਕੀਤਾ ਵੀ ਜਿਹੜੇ ਵੀ ਕਿਸਾਨਾਂ ਦੇ ਇੱਥੇ ਟਰੈਕਟਰਾਂ ਦੇ ਵਿੱਚੋਂ ਤੇਲ ਮੁੱਕ ਜੂਗਾ ਤੇ ਜਿਹੜੇ ਵੀ ਜੈਨੂਅਨ ਹੋਣਗੇ, ਜਿਹੜੇ ਕਿ ਵਾਜਬ ਲੋਕ ਆ, ਉਹਨਾਂ ਦੀ ਮੈਂ ਟੈਂਕੀ ਫੁੱਲ ਕਰਾ ਕੇ ਦੇਊਂਗਾ ਆਪਣੇ ਖਰਚੇ ਦੇ ਉੱਤੇ। ਤੇ ਪੱਤਰਕਾਰਾਂ ਨੇ ਸਵਾਲ ਕੀਤਾ ਵੀ ਜੇਕਰ ਤੇਲ ਬਹੁਤ ਸਾਰੇ ਲੋਕ ਪਾਉਣ ਆ ਗਏ ਤਾਂ ਤੂੰ ਇੰਨੇ ਪੈਸੇ ਕਿੱਥੋਂ ਦੇਵੇਂਗਾ? ਉਹ ਕਹਿੰਦਾ ਜੀ ਮੈਂ ਆਪਣੇ 4 ਕਿੱਲਿਆਂ ਦੇ ਵਿੱਚੋਂ 1 ਕਿੱਲਾ ਜ਼ਮੀਨ ਵੇਚ ਦੂੰਗਾ, ਪਰ ਮੈਂ ਕਿਸੇ ਦੀ ਟੈਂਕੀ ਖਾਲੀ ਨਹੀਂ ਰਹਿਣ ਦਿੰਦਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੇ ਵਿੱਚ ਡਟੇ ਕਿਸਾਨਾਂ ਦੀ ਮਦਦ ਵਾਸਤੇ ਲੋਕ ਵੱਡੀ ਪੱਧਰ ਦੇ ਉੱਤੇ ਸਾਹਮਣੇ ਆ ਰਹੇ ਨੇ। ਇਹੋ ਜਿਹੇ ਸੰਘਰਸ਼ ਭਰੇ ਮਾਹੌਲ ਦੇ ਵਿੱਚ ਇੱਕ ਸ਼ਖਸ ਨੇ ਮੋਰਚੇ ਦੇ ਵਿੱਚ ਸ਼ਾਮਲ ਟਰੈਕਟਰਾਂ ਦੇ ਵਿੱਚ ਮੁਫਤ ਡੀਜ਼ਲ ਪਵਾਉਣ ਦਾ ਐਲਾਨ ਕੀਤਾ। ਫਰੀਦਕੋਟ ਦੇ ਪਿੰਡ ਔਲਖ ਦੇ ਨੌਜਵਾਨ ਪ੍ਰਿਤਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਆਪਣੇ ਫੇਸਬੁੱਕ ਖਾਤੇ ਦੇ ਉੱਤੇ ਪੋਸਟ ਪਾ ਕੇ ਕਿਸਾਨਾਂ ਦੀ ਮਦਦ ਵਾਸਤੇ ਗੱਲ ਕਹੀ ਹੈ। ਉਹਨਾਂ ਨੇ ਪੋਸਟ ਦੇ ਵਿੱਚ ਲਿਖਿਆ ਕਿ ਦਿੱਲੀ ਦੇ ਵਿੱਚ ਗਏ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਕਿਸੇ ਵੀ ਟਰੈਕਟਰ ਦੇ ਵਿੱਚ ਡੀਜ਼ਲ ਖਤਮ ਹੁੰਦਾ ਤਾਂ ਉਹ ਵੀਡੀਓ ਕਾਲ ਕਰਕੇ ਮੇਰੇ ਨੰਬਰ ਦੇ ਉੱਤੇ ਟੈਂਕੀ ਫੁੱਲ ਕਰਵਾ ਸਕਦਾ ਹੈ। ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਕਿਸਾਨ ਮੋਰਚੇ ਵਿੱਚ ਆਪਣੇ ਟਰੈਕਟਰ ਦੇ ਨਾਲ ਮੈਂ ਵੀ ਦਿੱਲੀ ਆਇਆ ਹੋਇਆ। ਇਸ ਵਕਤ ਸੰਘਰਸ਼ ਦੇ ਵਿੱਚ ਟਰੈਕਟਰਾਂ ਦੀ ਅਹਿਮ ਜ਼ਰੂਰਤ ਹੈ। ਟਰੈਕਟਰਾਂ ਦੇ ਵਿੱਚ ਤੇਲ ਪਵਾਉਣਾ ਹਰ ਕਿਸਾਨ ਵਾਸਤੇ ਸੰਭਵ ਨਹੀਂ ਹੈ। ਇਹ ਕਾਫੀ ਖਰਚੇ ਦਾ ਕੰਮ ਹੁੰਦਾ। ਇਸ ਸੰਘਰਸ਼ ਦੇ ਵਿੱਚ ਛੋਟੀ ਕਿਸਾਨੀ ਨੂੰ ਵੱਡੇ ਪੱਧਰ ਦੇ ਉੱਤੇ ਆਪਣੇ ਟਰੈਕਟਰਾਂ ਸਮੇਤ ਆਉਣਾ ਪਿਆ। ਅਜਿਹੇ ਵੀਰਾਂ ਦਾ ਘਰ ਦਾ ਖਰਚਾ ਵੀ ਬੜੀ ਮੁਸ਼ਕਿਲ ਨਾਲ ਚੱਲਦਾ ਹੈ ਤੇ ਟਰੈਕਟਰ ਦੇ ਵਿੱਚ ਤੇਲ ਪਵਾਉਣ ਦੇ ਲਈ ਹੋਰ ਵੀ ਖਰਚੇ ਕਈ ਪੈਂਦੇ ਨੇ। ਉਹਨਾਂ ਨੇ ਕਿਹਾ ਕਿ ਮੇਰੀ ਪੋਸਟ ਤੋਂ ਬਾਅਦ ਬਹੁਤ ਸਾਰੇ ਕਿਸਾਨ ਵੀਰਾਂ ਨੇ ਮੈਨੂੰ ਫੋਨ ਆਏ ਨੇ ਤੇ ਮੈਂ ਹੁਣ ਤੱਕ 30,000 ਰੁਪਏ ਤੋਂ ਵੱਧ ਦਾ ਤੇਲ ਪਵਾ ਵੀ ਚੁੱਕਾ। ਪ੍ਰਿਤਪਾਲ ਸਿੰਘ ਨੇ ਕਿਹਾ ਕਿ ਮੈਂ ਛੋਟੀ ਕਿਸਾਨੀ ਨਾਲ ਸੰਬੰਧਿਤ ਹਾਂ। ਟਰੈਕਟਰਾਂ ਦੇ ਵਿੱਚ ਤੇਲ ਪਾਉਣ ਤੋਂ ਬਾਅਦ ਵੀ ਮੈਂ ਐਲਾਨ ਕਰਦਾ ਕਿ ਜੇਕਰ ਲੋੜ ਪਈ ਤਾਂ ਮੈਂ ਆਪਣੀ 1 ਕਿੱਲਾ ਜ਼ਮੀਨ ਵੇਚ ਦਿਆਂਗਾ। ਉਹਨਾਂ ਨੇ ਕਿਹਾ ਕਿ ਮੈਂ ਬਹੁਤੇ ਸੌਖੇ ਪਰਿਵਾਰ ਵਿੱਚੋਂ ਭਾਵੇਂ ਨਹੀਂ, ਪਰ ਇਸ ਕਿਸਾਨ ਸੰਘਰਸ਼ ਦੇ ਉੱਤੋਂ ਲੋੜ ਪੈਣ ਦੇ ਉੱਤੇ ਸਭ ਕੁਝ ਵਾਰਨ ਵਾਸਤੇ ਮੈਂ ਤਿਆਰ ਬਰ ਤਿਆਰ ਹਾਂ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਗੱਲ ਇਹ ਨਹੀਂ ਕਿ ਕਿਸੇ ਨੇ 30,000 ਦਾ ਤੇਲ ਪਵਾ ਕੇ ਦਿੱਤਾ ਲੋਕਾਂ ਨੂੰ ਜਾਂ 50,000 ਦਾ ਪਵਾ ਕੇ ਦਿੱਤਾ। ਗੱਲ ਜਜ਼ਬੇ ਦੀ ਆ। ਗੱਲ ਇਹ ਨਹੀਂ ਕਿ ਕੋਈ ਕਿੰਨੇ ਪੈਸੇ ਖਰਚਦਾ ਤੇ ਕੋਈ ਕਿੰਨੇ ਪੈਸੇ ਨਹੀਂ ਖਰਚਦਾ। ਗੱਲ ਇਹ ਆ ਇਨਸਾਨੀਅਤ ਦੀ, ਗੱਲ ਹੈਗੀ ਸੇਵਾ ਭਾਵਨਾ ਦੀ। ਇਹ ਉਹ ਸੇਵਾ ਜਿਹੜੀ ਸਾਨੂੰ ਗੁਰੂ ਸਾਹਿਬਾਨ ਨੇ ਬਖਸ਼ੀ ਹੋਈ ਹੈ। ਇਹ ਉਹ ਸੇਵਾ ਜਿਹੜੀ ਨਿਰਸਵਾਰਥ ਹੈ। ਇਹਦੇ ਵਿੱਚੋਂ ਨਾ ਤਾਂ ਸੰਬੰਧਿਤ ਵਿਅਕਤੀਆਂ ਨੇ ਵੋਟਾਂ ਲੈਣੀਆਂ, ਨਾ ਉਹਨਾਂ ਦਾ ਕੋਈ ਲਾਲਚ ਆ। ਇਹ ਮਨੁੱਖ ਦੇ ਕੰਮ ਆਵੇ ਤੇ ਆਉਣਾ ਚਾਹੀਦਾ ਵੀ ਹੈ ਤੇ ਇਹ ਇਸ ਭਾਵਨਾ ਦੇ ਵਿੱਚੋਂ ਨਿਕਲੀ ਹੋਈ ਗੱਲ ਹੈ। ਪ੍ਰਿਤਪਾਲ ਸਿੰਘ ਨੇ ਗੱਲ ਕਹੀ ਹੈ ਕਿ ਮੈਂ ਆਪਣਾ 1 ਕਿੱਲਾ ਜ਼ਮੀਨ ਵੇਚਣ ਨੂੰ ਤਿਆਰ ਹਾਂ। ਅਸੀਂ ਸਲਾਮ ਕਰਦੇ ਹਾਂ। ਕਿੱਲੇ ਦਾ ਮੁੱਲ ਭਾਵੇਂ 20 ਲੱਖ ਹੋਵੇ, ਭਾਵੇਂ 15 ਲੱਖ ਹੋਵੇ, ਭਾਵੇਂ
ਭਾਵੇਂ 5 ਲੱਖ ਹੋਵੇ, ਪਰ ਜਜ਼ਬੇ ਦੀ ਗੱਲ ਹੈ। ਕੋਈ ਕਿਸੇ ਦੇ ਲਈ ਇੱਕ ਓਰਾ ਨਹੀਂ ਛੱਡਦਾ, ਕੋਈ ਕਿਸੇ ਨੂੰ 1 ਇੰਚ ਜ਼ਮੀਨ ਦੇਣ ਦੀ ਗੱਲ ਨਹੀਂ ਕਰਦਾ। ਬਹੁਤ ਸਾਰੇ ਕੇਸ ਵੱਟਾਂ ਨੂੰ ਘੜਨ ਦੇ ਪਿੱਛੇ ਲੜੇ ਜਾਂਦੇ ਆ, ਪਰ ਜੇਕਰ ਬੰਦਾ ਕੋਈ ਇੰਨੇ ਜਜ਼ਬੇ ਨਾਲ ਕਹਿੰਦਾ ਕਿ ਮੈਂ ਕਿੱਲਾ ਜ਼ਮੀਨ ਵਾਰ ਦੂੰ, ਤਾਂ ਇਹ ਕੋਈ ਛੋਟੀ ਗੱਲ ਨਹੀਂ, ਸਿਫਤ ਕਰਨੀ ਬਣਦੀ ਇਹੋ ਜਿਹੇ ਲੋਕਾਂ ਦੀ। ਪਰ ਜਿਹੜੇ ਬਾਕੀ ਲੋਕ ਆ ਉਹਨਾਂ ਨੂੰ ਵੀ ਸਲਾਮ ਕਰਨਾ ਬਣਦੀ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਹ ਦੱਸਿਆ ਜੀ ਕਿ ਸਾਡੀ ਹਰਿਆਣੇ ਦੇ ਵਿੱਚ ਜਦੋਂ ਅਸੀਂ ਐਂਟਰ ਕੀਤਾ ਉਦੋਂ ਗੱਡੀ ਖਰਾਬ ਹੋ ਗਈ, ਕਿਸੇ ਨੇ ਕਿਹਾ ਜੀ ਸਾਡੀ ਟਰਾਲੀ ਦਾ ਟਾਇਰ ਪਾਟ ਗਿਆ, ਕਿਸੇ ਨੇ ਕਿਹਾ ਜੀ ਸਾਡਾ ਟਰੈਕਟਰ ਖਰਾਬ ਹੋ ਗਿਆ। ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੋਂ ਦੇ ਮਕੈਨਿਕ ਆ ਜਿਹੜੇ, ਉਹਨਾਂ ਦੇ ਵੱਲੋਂ ਪੈਸੇ ਨਹੀਂ ਲਏ ਜਾਂਦੇ ਕਿਸਾਨਾਂ ਤੋਂ। ਉਹ ਕਹਿੰਦੇ ਜੀ ਅਸੀਂ ਵੀ ਤੁਹਾਡੇ ਨਾਲ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਆ, ਸਾਡਾ ਇੰਨਾ ਕੁ ਯੋਗਦਾਨ ਹੀ ਮੰਨ ਲਿਓ ਵੀ ਜਿਹੜਾ ਅਸੀਂ 500-700 ਲੈਣਾ ਸੀ ਤੁਹਾਡੇ ਕੋਲੋਂ, 1000-2000 ਲੈਣਾ ਸੀ, ਉਹ ਸਾਡਾ ਇਸ ਅੰਦੋਲਨ ਦੇ ਵਿੱਚ ਯੋਗਦਾਨ ਸਮਝੋ। ਇਹ ਹੈ ਮਨੁੱਖ ਦੀ ਮਨੁੱਖ ਵੱਲੋਂ ਕੀਤੀ ਜਾਂਦੀ ਕਦਰ ਦੀ ਉਦਾਹਰਨ। ਇਹ ਬਹੁਤ ਵੱਡੀਆਂ ਗੱਦੀਆਂ ਦੇ ਉੱਤੇ ਬੈਠੇ ਲੋਕਾਂ ਨੂੰ, ਕੇਂਦਰ ਦੇ ਮੰਤਰੀਆਂ ਨੂੰ ਸਮਝਾਉਣ ਵਾਲੀ ਗੱਲ ਨਹੀਂ। ਉਹ ਤਾਂ ਖੇਤਾਂ ਦੇ ਵਿੱਚ ਜਾਂਦੇ ਹੀ ਉਦੋਂ ਆ ਜਦੋਂ ਵੋਟਾਂ ਲੈਣੀਆਂ, ਬਾਅਦ ਦੇ ਵਿੱਚ ਉਹਨਾਂ ਨੂੰ ਇਹ ਨਹੀਂ ਪਤਾ ਵੀ ਮੂਲੀਆਂ ਗਮਲੇ 'ਚ ਲੱਗਦੀਆਂ ਕਿ ਖੇਤ ਦੇ ਵਿੱਚ ਲੱਗਦੀਆਂ, ਵੱਟ 'ਤੇ ਲੱਗਦੀਆਂ ਜਾਂ ਪੱਧਰੀ ਥਾਂ 'ਤੇ ਲੱਗਦੀਆਂ। ਇਸ ਕਰਕੇ ਜਿਹੜੇ ਵੀ ਲੋਕ ਇਸ ਵਕਤ ਸੇਵਾ ਦੀ ਮਿਸਾਲ ਪੇਸ਼ ਕਰ ਰਹੇ ਆ, ਦਿਲੀ ਤੌਰ ਦੇ ਉੱਤੇ ਸਲਾਮ ਆ। ਕਿਸਾਨ ਅੰਦੋਲਨ ਦੇ ਵਿੱਚ ਹੁਣ ਤੱਕ ਕਈ ਕਿਸਾਨਾਂ ਦੀ ਮੌਤ ਹੋਈ ਹੈ, ਉਹਨਾਂ ਦੀ ਮੌਤ ਨਹੀਂ ਸਗੋਂ ਸ਼ਹੀਦੀ ਸ਼ਬਦ ਇੱਥੇ ਵਰਤਣਾ ਚਾਹੀਦਾ। ਹੁਣ ਇੱਕ ਹੋਰ ਕਿਸਾਨ ਦੀ ਸ਼ਹੀਦੀ ਦੀ ਖਬਰ ਪ੍ਰਾਪਤ ਹੋਈ ਹੈ। ਉਸ ਕਿਸਾਨ ਦੀ ਸ਼ਹੀਦੀ ਦਾ, ਮੌਤ ਦਾ ਵੇਰਵਾ ਸਾਂਝਾ ਕਰਨ ਦੇ ਨਾਲ ਕੁਝ ਕੁ ਗੱਲਾਂ ਹੋਰ ਜ਼ਿਹਨ ਦੇ ਵਿੱਚ ਆ ਰਹੀਆਂ ਜਿਹੜੀਆਂ ਕਿ ਸਾਂਝੀਆਂ ਕਰਨੀਆਂ ਬਣਦੀਆਂ ਕਿ ਹਰ ਵਿਅਕਤੀ ਦੀ ਕਿਸੇ ਵੀ ਥਾਂ ਦੇ ਉੱਤੇ ਮੌਤ ਹੋ ਸਕਦੀ ਹੈ ਤੇ ਮੌਤ ਅਟੱਲ ਹੈ। ਇਹ ਇੱਕ ਸੱਚਾਈ ਹੈ। ਪਰ ਇਸ ਵਕਤ ਜਦੋਂ ਕੋਈ ਬਹੁਤ ਵੱਡੇ ਸੰਘਰਸ਼ ਦੇ ਵਿੱਚ ਕੁੱਦਿਆ ਹੋਵੇ, ਉਹਦੀ ਮੌਤ ਹੋ ਜਾਵੇ, ਉਹਦੀ ਸ਼ਹੀਦੀ ਹੋ ਜਾਵੇ, ਤਾਂ ਉਸ ਤੋਂ ਬਾਅਦ ਸਾਡਾ ਸਭ ਦਾ ਨਿੱਜੀ ਤੌਰ ਦੇ ਉੱਤੇ ਫਰਜ਼ ਬਣਦਾ ਕਿ ਸੰਬੰਧਿਤ ਵਿਅਕਤੀ ਦੇ ਅਸੀਂ ਕੰਮ ਆਈਏ, ਟੱਬਰ ਦੇ ਅਸੀਂ ਉਹਨਾਂ ਦੀ ਆਰਥਿਕ ਤੌਰ ਦੇ ਉੱਤੇ ਮਦਦ ਕਰੀਏ। ਇਹ ਮੇਰੇ ਜ਼ਾਤੀ ਵਿਚਾਰ ਆ, ਹੋ ਸਕਦਾ ਕੋਈ ਮੇਰੇ ਨਾਲ ਅਸਹਿਮਤ ਵੀ ਹੋਵੇ, ਜ਼ਰੂਰੀ ਨਹੀਂ ਕਿ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਵੀ ਹੋਵੋ, ਕਿਉਂਕਿ ਜਦੋਂ ਕਿਸੇ ਦਾ ਕੋਈ ਪਰਿਵਾਰਕ ਮੈਂਬਰ, ਘਰ ਦਾ ਮੁਖੀ ਇੱਕੋ ਕਮਾਉਣ ਵਾਲਾ ਹੋਵੇ ਤੇ ਉਹ ਤੁਰ ਜਾਵੇ, ਤਾਂ ਟੱਬਰ ਦੇ ਬਾਕੀ ਜੀਆਂ ਦੇ ਉੱਤੇ ਕੀ ਬੀਤਦੀ ਹੋਊਗੀ ਇਹਦੇ ਬਾਬਤ ਅੰਦਾਜ਼ਾ ਲਾਉਣਾ ਔਖਾ ਨਹੀਂ ਆ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਸਾਂਝਾ ਕਰਦੇ ਹਾਂ ਕਿ ਹੁਣ ਕਿਹੜੇ ਕਿਸਾਨ ਦੀ ਮੌਤ ਹੋਈ ਹੈ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕਿਸਾਨ ਸੰਘਰਸ਼ ਦੌਰਾਨ ਦਿੱਲੀ ਦੇ ਵਿੱਚ ਗਏ ਇੱਕ ਹੋਰ ਕਿਸਾਨ ਦੀ ਮੌਤ ਹੋਈ ਹੈ। ਮ੍ਰਿਤਕ ਕਿਸਾਨ ਦਾ ਨਾਂ ਗੱਜਣ ਸਿੰਘ, ਉਮਰ 55 ਸਾਲ ਹੈ। ਪਿੰਡ ਖੱਟਰਾਂ, ਤਹਿਸੀਲ ਸਮਰਾਲਾ, ਲੁਧਿਆਣਾ ਤੋਂ 24 ਨਵੰਬਰ ਨੂੰ ਦਿੱਲੀ ਮੋਰਚੇ ਤੇ ਗਿਆ ਸੀ। ਇਸ ਘਟਨਾ ਸਮੇਂ ਮੌਜੂਦ ਪਿੰਡ ਦੇ ਹੀ ਕਿਸਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ 26 ਤਰੀਕ ਤੋਂ ਦਿੱਲੀ ਕਿਸਾਨ ਮੋਰਚੇ ਤੇ ਉਹ ਡਟੇ ਹੋਏ ਨੇ ਤੇ ਬੀਤੀ ਰਾਤ ਬਹਾਦਰਗੜ੍ਹ ਬਾਰਡਰ ਦੇ ਉੱਤੇ ਅਚਾਨਕ ਪਹੁੰਚਣ ਦਾ ਸੱਦਾ ਮਿਲਿਆ ਸੀ। ਉਹ ਟਰਾਲੀ ਸਮੇਤ ਰਵਾਨਾ ਹੋਏ। ਇਸ ਦੌਰਾਨ ਕਿਸਾਨ ਗੱਜਣ ਸਿੰਘ ਵੀ ਨਾਲ ਸੀ। ਅਚਾਨਕ ਉਹਨਾਂ ਦੀ ਸਿਹਤ ਖਰਾਬ ਹੋਈ ਤੇ ਦਿਲ ਦਾ ਦੌਰਾ ਪੈ ਗਿਆ। ਹਸਪਤਾਲ ਦੇ ਵਿੱਚ ਲਿਆਂਦਾ ਗਿਆ ਪਰ ਉਹ ਪੂਰੇ ਹੋ ਗਏ। ਉਹਨਾਂ ਨੇ ਕਿਹਾ ਕਿ ਉਹ ਕਿਸਾਨ ਘੋਲ ਨੂੰ ਪੂਰੀ ਤਰ੍ਹਾਂ ਸਮਰਪਿਤ ਸਨ ਤੇ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਮੋਰਚੇ ਤੋਂ ਵਾਪਸ ਘਰ ਜਾਣ ਦੇ ਲਈ ਤਿਆਰ ਨਹੀਂ ਸਨ। ਉਹ ਲਗਾਤਾਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਦੀ ਅਗਵਾਈ ਦੇ ਵਿੱਚ ਕਾਫਲਿਆਂ ਦਾ ਹਿੱਸਾ ਬਣਦੇ ਰਹਿੰਦੇ ਸਨ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਇਸ ਅੰਦੋਲਨ ਦੇ ਵਿੱਚ ਕਈ ਕਿਸਾਨਾਂ ਦੀ ਸ਼ਹੀਦੀ ਹੋਈ ਹੈ, ਕਈਆਂ ਨੇ ਸ਼ਹੀਦੀ ਦਾ ਜਾਮ ਪੀਤਾ। ਮੈਂ ਇਹ ਸ਼ਬਦ ਇਸ ਕਰਕੇ ਵਰਤ ਰਿਹਾ ਕਿਉਂਕਿ ਬਾਰਡਰ ਦੇ ਉੱਤੇ, ਸਰਹੱਦ ਦੇ ਉੱਤੇ ਜੇਕਰ ਸਾਡੇ ਜਵਾਨ ਸ਼ਹਾਦਤ ਪ੍ਰਾਪਤ ਕਰਦੇ ਆ ਤਾਂ ਇਹ ਵੀ ਇੱਕ ਵਾਰ ਸਰਹੱਦ ਦੇ ਉੱਤੇ ਜਾ ਕੇ ਬਾਰਡਰ ਦੇ ਉੱਤੇ ਸ਼ਹਾਦਤ ਪ੍ਰਾਪਤ ਕੀਤੀ ਜਾ ਰਹੀ ਹੈ। ਪਰ ਹੁਣ ਜਦੋਂ ਤੁਰ ਜਾਂਦੇ ਆ, ਕਿਉਂਕਿ ਪਿਛਲੇ ਦਿਨੀ ਧਨੌਲੇ ਦੇ ਇੱਕ ਕਿਸਾਨ ਦੀ ਵੀ ਮੌਤ ਹੋਈ ਆ, ਜਨਕ ਰਾਜ ਦੀ। ਉਹ ਮਕੈਨਿਕੀ ਦਾ ਕੰਮ ਕਰਦਾ ਸੀ, ਉਹ ਗੱਡੀ ਦੇ ਵਿੱਚ ਸੁੱਤਾ ਪਿਆ ਸੀ, ਗੱਡੀ ਨੂੰ ਅੱਗ ਲੱਗ ਗਈ, ਉਹਦਾ ਪਿੰਜਰੀ ਬਾਹਰ ਕੱਢਿਆ। ਇਹੋ ਜੀ ਇੱਕ ਖਬਰ ਪਹਿਲਾਂ ਵੀ ਆਈ ਸੀ, ਧੰਨਾ ਸਿੰਘ ਨਾਂ ਦੇ ਕਿਸਾਨ ਦੀ ਮੌਤ ਹੋਈ ਹੈ। ਉਸ ਤੋਂ ਪਹਿਲਾਂ ਪੰਜਾਬ ਦੇ ਧਰਨਿਆਂ ਦੇ ਵਿੱਚ ਕਈਆਂ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਹੈ। ਸਾਡਾ ਕੀ ਫਰਜ਼ ਬਣਦਾ, ਗੱਲ ਇਹ ਹੈ, ਮੇਰਾ ਵੀ, ਤੁਹਾਡਾ ਵੀ, ਸਾਡਾ ਸਭਨਾਂ ਦਾ। ਪੰਜਾਬ ਦੀ ਆਬਾਦੀ ਲਗਭਗ 3 ਕਰੋੜ ਹੈ। ਪੰਜਾਬ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਘਰ ਹੈ। ਇੱਕ ਘਰ ਦੇ ਵਿੱਚੋਂ ਜੇਕਰ 5-5 ਰੁਪਈਏ ਵੀ ਇਕੱਠੇ ਕੀਤੇ ਜਾਣ, ਜੇਕਰ ਇੱਕ ਘਰ ਦੇ ਵਿੱਚੋਂ ਪ੍ਰਤੀ ਜੀ ਦੇ ਮੁਤਾਬਕ ਰੁਪਈਆ ਵੀ ਇਕੱਠਾ ਕੀਤਾ ਜਾਵੇ ਤਾਂ 2.25 ਜਾਂ 3 ਕਰੋੜ ਦਾ ਰੁਪਈਆ ਇਕੱਠਾ ਹੋ ਜਾਂਦਾ। ਤੇ ਜੇਕਰ 10 ਕਿਸਾਨਾਂ ਦੀ ਵੀ ਇਸ ਅੰਦੋਲਨ ਦੇ ਵਿੱਚ ਸ਼ਹੀਦੀ ਹੋਈ ਹੈ, ਜੇਕਰ ਮੌਤ ਹੋਈ ਹੈ, ਤਾਂ ਉਹਨਾਂ ਦੇ ਟੱਬਰਾਂ ਦੀ ਮਦਦ ਅਸੀਂ ਸੌਖਿਆਂ ਹੀ ਕਰ ਸਕਦੇ ਹਾਂ। ਕਿਸੇ ਦੇ ਘਰ ਦੇ ਜੇਕਰ 5 ਜੀ ਹੈ ਤਾਂ ਉਹ 5 ਰੁਪਈਏ ਵੀ ਦੇਵੇ, ਕਿਸੇ ਦੇ ਘਰ ਦੇ 10 ਜੀ ਹੈ ਜੇਕਰ ਉਹ 10 ਰੁਪਈਏ ਵੀ ਦੇਵੇ। ਬੰਦੇ ਦੀ ਹਿਸਾਬ ਦੇ ਨਾਲ 2.25 ਜਾਂ 3 ਕਰੋੜ ਰੁਪਈਆ ਅਸੀਂ ਇਕੱਠਾ ਕਰ ਸਕਦੇ ਹਾਂ। ਪੰਚਾਇਤਾਂ ਦੀ ਮਦਦ ਦੇ ਨਾਲ, ਅਸੀਂ ਕੌਂਸਲਰਾਂ ਦੀ ਮਦਦ ਦੇ ਨਾਲ, ਅਸੀਂ ਬਾਕੀ ਲੋਕਾਂ ਦੀ ਮਦਦ ਦੇ ਨਾਲ। ਵੱਧ ਕਿਸੇ ਨੇ ਮਦਦ ਕਰਨੀ ਹੈ ਉਹਦੀ ਆਪਣੀ ਇੱਛਾ, ਪਰ ਜੇਕਰ ਅਸੀਂ ਆਪਦੀ ਜੇਬ ਦੇ ਉੱਤੇ ਵੀ ਬੋਝ ਨਹੀਂ ਪਾਉਣਾ ਚਾਹੁੰਦੇ ਤਾਂ ਇਹ ਇੱਕ ਤਰੀਕਾ ਅਪਣਾਇਆ ਜਾ ਸਕਦਾ। ਸੋ ਮੇਰੇ ਨਿੱਜੀ ਖਿਆਲ ਆ ਕਿ ਵੱਧ ਤੋਂ ਵੱਧ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ, ਕਿਉਂਕਿ ਇਹ ਆਪਣੇ ਲਈ ਨਹੀਂ, ਇਹ ਪੰਜਾਬ ਦੇ ਖੇਤਾਂ ਲਈ, ਪੰਜਾਬ ਦੀਆਂ ਫਸਲਾਂ ਦੇ ਲਈ ਤੇ ਪੰਜਾਬ ਦੇ ਭਵਿੱਖ ਦੇ ਲਈ ਲੜ ਕੇ ਮੌਤ ਦੀ ਬੁੱਕਲ ਦੇ ਵਿੱਚ ਜਾ ਰਹੇ ਆ। ਸੋ ਇਹਨਾਂ ਦੀ ਸ਼ਹੀਦੀ ਨੂੰ ਮੈਂ ਸਲਾਮ ਨਿੱਜੀ ਤੌਰ ਦੇ ਉੱਤੇ ਵੀ ਕਰਦਾ ਤੇ ਸਾਰੇ ਲੋਕ ਤੰਦਰੁਸਤ ਰਹਿਣ ਤੇ ਇਸ ਗੱਲ ਦੀ ਕਾਮਨਾ ਵੀ ਕਰਦੇ ਅਸੀਂ। ਤੇ ਜਦੋਂ ਵੀ ਜੋ ਵੀ ਖਬਰ ਸਾਂਝੀ ਕਰਨੀ ਬਣਦੀ ਹੈ ਉਹ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਸਾਂਝੀ ਕਰਦੇ ਵੀ ਲਗਾਤਾਰ ਆ ਰਹੇ ਹਾਂ, ਪ੍ਰਾਈਮ ਏਸ਼ੀਆ TV ਦੇ ਮਾਧਿਅਮ ਦੇ ਰਾਹੀਂ। ਤੇ ਖਬਰਾਂ ਦੋਸਤੋ ਕਈ ਹੋਰ ਵੀ ਸਨ,
ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਤੇ ਕੱਲ੍ਹ ਨੂੰ ਇਸੇ ਵੇਲੇ ਕੁਝ ਹੋਰ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।